ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ। ਕਾਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵਾਥ। ਸਭ ਜਗ ਜਿਨਹਿ ਉਪਾਇਆ ਭਾਈ। ਕਾਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਭਾਈ। ਦੇ ਕਰ ਆਪਣੀ ਵਾਥ। ਕਿਨ ਕਹੀਆ ਕਿਉ ਦੇਖੀਆ ਭਾਈ। ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਆ ਭਾਈ। ਜਿਸ ਤੇ ਜਾਪੈ ਤਥ। ਮੇਰੇ ਮਨ ਜਪਿਆ ਹਰ ਭਗਵੰਤਾ। ਨਾਮ ਦਾਨ ਦੇ ਜਨ ਆਪਣੇ।
दुख दर्द का हंता मेरे माना जपिया हर भगवंता नाम दान दे जन अपने दुख दर्द का हंता रहाऊ। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो चौथे पातशाह धन धन रामदास गुर जिन सिरिया तिने सवारिया पूरी होई करामात आप सिरजन हारे धारिया सिखी अते संगति बार ब्रह्म कर नमस्कारिया। इन्हां अजमतां इन्हां वडियाइयां दे मालक सोडी सुल्तान गुरु रामदास पातशाह महाराज जी दे पवित्र महान अस्थान श्री हरमंदर साहब जी की यात्रा करते हैं। अमृत सरोवर दे इशनान करते हैं। अपने लोक परलोक दे सुख दाते सतगुरु शतर चवर तखत दे मालक सतगुरु धन 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 श्री गुरु ग्रंथ साहिब पातशाह महाराज जी दे दर्शन दीदारे बरसे हैं। अमृत वेले तो लैके अमृतमई बाणी की वर्खा नाल अपने आप को सरशार करने का यतन किया है। हुण आपां सारे गुरुद्वारा दीवान अस्थान मंजी साहब अपने सतगुरु दे हजू बैठे हाँ। समा है इथों दी निजमत मर्यादा के अनुसार जो अज हरि दे मंदिर विचों रब दे घर विचों पोथी परमेश्वर का थान ने आवाजा बख्शिया है, उसकी विचारदा नमस्कार करनी बनती है। उन्हां लखारियां नूं इतिहास दे लिखण वालियां नूं जिन्हां ने सानू बड़े भावपूरत शब्दां दे विच सानू आगाह किया है कि ये गुरु पंजवें पातशाह जी दे बचन सन कि बुढ़ा साहिब खोलो ग्रंथ लेहो आवाज सुने सब पंथ। ये वो बाणी सी जिदे लई सतगुरु गुरु नानक साहब महाराज जी बचन आखदे सन, मरदानिया रबाब छेड़ बाणी आई है। ये बाणी नाजल होई सी
ਇਹ ਬਾਣੀ ਕਰਤਾ ਆਪ ਮੂੰਹੋਂ ਕਢਾਏ। ਇਹ ਵਾਹਿਗੁਰੂ ਨੇ ਆਪ ਗੁਰੂਆਂ ਦੇ ਮੁਖ ਤੋਂ, ਭਗਤਾਂ ਦੇ ਮੁਖ ਤੋਂ ਇਹ ਉਚਾਰਨ ਕਰਵਾਈ ਹੈ। ਅਸੀਂ ਮੰਨੀਏ ਨਾ ਮੰਨੀਏ, ਕਈ ਵਾਰੀ ਸਾਡੇ ਮੂੰਹ ਤੋਂ ਜਿਹੜੀਆਂ ਗੱਲਾਂ ਨਿਕਲਦੀਆਂ ਨੇ ਅਸੀਂ ਖੁਦ ਮੰਨਦੇ ਹਾਂ, ਇਹ ਗੱਲ ਰੱਬ ਨੇ ਹੀ ਮੇਰੇ ਮੂੰਹ ਤੋਂ ਕਢਾ ਦਿੱਤੀ। ਅਸਲ ਵਿੱਚ ਸੱਚ ਇਹੋ ਹੀ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਰਾਮ ਬਿਨਾ ਕੋ ਬੋਲੇ ਰੇ, ਕੋਈ ਬੋਲ ਕੇ ਵਿਖਾ ਸਕਦਾ ਹੈ? ਕਿਸੇ ਦੀ ਹੈ ਹਿੰਮਤ? ਕਬੀਰ तो हम जंत बजावते, टूट गई सब तार। जंत की है साज। गुरु के कीर्तनीय तबला वजाउंदे ने, हारमोनीयम वजाउंदे ने, उन्हां नाल तंती साज ते सिंह बैठदे ने। ये तंत है। ਜਿਹੜਾ ਸਾਜ ਕਬੀਰ ਜੀ ਕਹਿੰਦੇ ਅਸੀਂ ਵਜਾ ਰਹੇ ਸਾਂ, ਉਹਦੀਆਂ ਤਾਰਾਂ ਹੀ ਟੁੱਟ ਗਈਆਂ ਨੇ। ਤਾਂ ਹੀ ਤੰਤੀ ਸ਼ਬਦ ਇੱਕ ਸਾਡਾ ਹੈ। ਅਗਰ ਗੁਰਮਤਿ ਸੰਗੀਤ ਵਿੱਚ ਜਾਓਗੇ, ਕਿਉਂਕਿ ਗੁਰੂ ਕਾਲ ਦੇ ਵਿੱਚ ਹਾਰਮੋਨੀਅਮ ਹੁੰਦਾ ਹੀ ਨਹੀਂ ਸੀ। ਭਾਵੇਂ ਤੁਸੀਂ ਤਾਊਸ ਦੀ ਗੱਲ ਕਰੋ, ਭਾਵੇਂ ਰਬਾਬ ਦੀ ਗੱਲ ਕਰੋ, ਭਾਵੇਂ ਸਰੰਦੇ ਦੀ ਗੱਲ ਕਰੋ, ਇਹ ਸਾਰੇ ਤੰਤੀ ਸਾਜ਼ ਸਨ, ਤਾਰਾਂ ਦੇ ਨਾਲ ਚੱਲਦੇ ਸੀ। ਜਦੋਂ ਤਾਰਾਂ ਹੀ ਟੁੱਟ ਗਈਆਂ, ਟੂਟ ਗਈ ਸਭ ਤਾਰ, ਫਿਰ ਉੱਥੇ ਭਗਤ ਜੀ ਕਹਿੰਦੇ ਨੇ ਕਿ ਜੰਤ ਵਿਚਾਰਾ ਕਿਆ ਕਰੇ, ਚਲੇ ਬਜਾਵਣ ਹਾਰ। ਹੁਣ ਜਿਹੜੀ ਆਵਾਜ਼ ਸਾਡੇ ਵਿੱਚ ਸੱਤਿਆ ਹੈ, ਉਹ ਰੱਬ ਦੀ ਹੈ। ਹੁਣ ਵੀ ਜਦੋਂ ਦਾਸ ਮਹਾਰਾਜ ਦੇ ਦਰਬਾਰ ਤੋਂ ਬਾਹਰ ਆਇਆ, ਇੱਕ ਬਹੁਤ ਕਿਰਤੀ ਸਿੱਖ, ਵੈਸੇ ਹੁਣ ਕਹਿਣਾ ਚਾਹੀਦਾ ਹੈ ਕਿਉਂਕਿ ਵਿਹਲੜ ਸਿੱਖ ਬਹੁਤ ਹੋ ਗਏ ਨੇ। ਤੁਸੀਂ ਆਮ ਬੰਦੇ ਨੂੰ ਪੁੱਛ ਕੇ ਵੇਖੋ ਕੀ ਕਰਦਾ, ਕਹਿੰਦੇ ਜੀ ਵਿਹਲਾ ਹੀ ਆ। ਚੇਤਾ ਰੱਖਣਾ, ਵਿਹਲਾ ਸਿੱਖ ਨਹੀਂ ਹੋ ਸਕਦਾ। ਵਿਹਲੜ ਨੂੰ ਸਿੱਖ ਨਹੀਂ ਕਹਿੰਦੇ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪਹਿਲਾ ਹੁਕਮ ਹੈ ਕਿਰਤ ਕਰਨੀ। ਇਹ ਜ਼ਰੂਰੀ ਨਹੀਂ ਕਿ ਕਿਰਤ ਤੁਹਾਨੂੰ ਚਾਹੀਦੀ ਹੋਵੇ, ਇਹ ਜ਼ਰੂਰੀ ਨਹੀਂ ਹੈ। ਇਹ ਵੀ ਨਹੀਂ ਜ਼ਰੂਰੀ ਕਿ ਤੁਹਾਡੀ ਕਿਰਤ ਤੁਹਾਡੇ ਬੱਚਿਆਂ ਨੂੰ ਚਾਹੀਦੀ ਹੋਵੇ। ਅਗਰ ਤੁਸੀਂ ਆਪਣੇ ਆਪ ਤੋਂ, ਬੱਚਿਆਂ ਤੋਂ ਫ੍ਰੀ ਹੋ ਗਏ ਹੋ, ਤਾਂ ਫਿਰ ਅੱਗੇ ਚੱਲੋ। ਤੁਹਾਡੀ ਕੌਮ, ਤੁਹਾਡਾ ਧਰਮ, ਤੁਹਾਡਾ ਪੰਥ, ਉਹਨੂੰ ਬੜੀਆਂ ਲੋੜਾਂ ਨੇ ਤੁਹਾਡੀਆਂ। ਅਗਰ ਹੁਣ ਮੈਂ ਇੱਥੇ ਬੈਠ ਕੇ ਕੁਛ ਨਾ ਲਵਾਂ ਤੇ ਇਤਰਾਜ਼ ਹੋਏਗਾ ਵੀ ਗਿਆਨੀ ਜੀ ਪ੍ਰਚਾਰਕ ਕਿਹਨਾਂ ਦੇ ਹੋ, ਸਿੱਖਾਂ ਦੇ ਜਾਂ ਕਿਸੇ ਹੋਰ ਦੇ। ਪਰ ਅੱਜ ਉਹ ਜਿਨ੍ਹਾਂ ਨੂੰ ਅਸੀਂ ਵਾਸਤਵ ਦੇ ਵਿੱਚ ਧਰਮ ਵੀ ਨਹੀਂ ਕਹਿ ਸਕਦੇ, ਜਿਹੜੀਆਂ ਕੁਝ ਸਾਡੀਆਂ ਸ਼ਿਖਾਵਾਂ ਨੇ, ਸ਼ਾਖਾ ਨੇ, ਨਾ ਉਹਨਾਂ ਦੀਆਂ ਜੜ੍ਹਾਂ ਆਪਣੀਆਂ ਨੇ, ਨਾ ਉਹਨਾਂ ਦੇ ਤਣੇ ਆਪਣੇ ਨੇ, ਕੇਵਲ ਡਾਹਣੀਆਂ ਹੀ ਨੇ। ਪਰ ਉਹ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇਸ ਵੇਲੇ ਵੈਲ ਆਰਗੇਨਾਈਜ਼ਡ ਨੇ। ਹੁਣ ਜਾ ਕੇ ਉੱਥੇ ਪੁੱਛੋ ਵੀ ਬੰਦੇ ਕੌਣ ਬੈਠੇ ਨੇ, ਕੋਈ IAS ਬੈਠਾ ਹੈ, ਕੋਈ IPS ਬੈਠਾ ਹੈ,
कोई सैकटरी है, कोई डायरैक्टर है, कोई इस तो भी बड़े बड़े अहुदियां तो लोग वेले हो के उत्थे आके बह गए ने, अपने धर्म की सेवा करते हैं। पर साडी बदकिस्मती ये रही है, मेरे एक बड़े प्यारे दोस्त हुंदे सी, वो कहते ज्ञानी जी सिखां नूं ये गल बहुत छेती समझ लेनी चाहिए कि अज जदों भी कोई आदमी कहता भी मैं भी सिख हाँ, तो असीं कहने भी तू पहला पग ला अपनी। वो कहता की मतलब? कहता जूड़ा खोल अपना। वो कहता की मतलब? कहता भी वेखना भी तेरे सिर च मधानी चीरा पिया कि नहीं पिया, भी जे ते किसी मोर्चे च तू डांगा खादियां ने फिर ते सी ठीक है, तो जे किसी मोर्चे च तेरा सिर ही नहीं पाटा तो तू चंगा सिख वधिया सिख किवें हो सकदा है? ये साडी बदकिस्मती है कि भाई नंद लाल साहब वर्गे सिख वधिया नहीं सीगे, नहीं गुरु साहब ने भेजा जंग के मैदान च उन्हां नूं, कि भाई कन्हैया साहब वर्गे वधिया सिख नहीं सी, जंग च ही भेजिया पर शस्त्र दे के नहीं भेजिया, मशक दे के भेजिया, मलम पट्टी दे के भेजिया। ये गल्लां सानूं समझण दी लोड़ है। साडे कोले बाबा बुढ़ा साहब वर्गे भी सिख ने जिन्हां ने हाथ विच डांग फड़ के पहरा दिता है। एक वेला ऐसा भी आया सी कि इत्थे दरबार साहब आउण तो संगत नूं रोक दिता गया सी, गुरु साहब ने उन्हां नूं ग्रंथी साहब बनाया, पर डांग फड़ के भाई गुरदास जी ने तो कुछ नहीं किया, उन्हां नूं लिखारी बनाया। उन्हां नूं विद्या पढ़न वास्ते कांछी भी भेजिया। अज ये गल सानू बड़ी छेती समझ लैनी चाहिए है कि किरत दे अर्थ की ने। इहो ही कारण कि जिहड़े पढ़े लिखे लोग ने वो आउंदे ही नहीं, क्योंकि साडे च उन्हां नूं थां कोई नहीं हैगी। देखो एक मैनेजमेंट शब्द हुंदा है जिन्हों असीं प्रबंध कहने आ, जिन्हों असीं निजाम कहने आ। अज साडे च किसी गल की कमी तो नहीं है। मैं हमेशा बेनती करदा, सिक्खी दे दो पिलर ने, एक सेवा एक सिमरन। जे सिमरन कीता है, किड्डे किड्डे महापुरख साडे विच होए ने, तो जे तुसी सेवा कीती है तो अज अमरीका के राष्ट्रपति नूं कहना पै रहा भी हर शहर च गुरुद्वारा होना चाहिए, हर थां ते सिख होने चाहिए ने। गुरु दे बख्शे प्रिंसीपल जेड़े ने, सिद्धांत जेड़े ने, गुरु दियां बख्शिश कीतियां होइयां जेड़ियां बख्शिशां ने, इन्हां नूं बड़ी अधीनगी नाल, जिहदी साडे कोले बहुत घाट है, विचारन की लोड़ है। मैं दरबार साहब तो बाहर आया तो कीर्ति सिंह मैनू कहन लगा जी जिक्र करोगे कि गुरु अंगद साहब ने गुरु अमरदास महाराज ते 12 बख्शिशां कीतियां सी। क्योंकि कल गुरु अमरदास महाराज जी का पावन पवित्र प्रकाश गुरपुरब है। हुण ये असीं उत्थों तक पहुंचे हैं 12 तक नहीं, बख्शिशां सारियां ही गुरु अंगद साहब ने कीतियां सी, असीं केवल 12 गिणियां ने। बारह बख्शिशां विच गुरु अमरदास जी नूं तुसीं बंद नहीं कर सकते। मैं तो इत्थे हमेशा बेनती करके जाना भी सानू समझ ही नहीं आ रही कि सिक्खी दा महल बनिया किवें है। ये घर गुरु नानक दा है, ये दर गुरु नानक दा है, ये बाणी सारी गुरु नानक दी है, 6 गुरुआं दी बाणी है, पर हर शब्द दे विच शब्द नानक है। बाणी दा उच्चारण करता गुरु नानक नूं ही मन्निया गया है। इत्थे कहो अंगद, कहो अमरदास, कहो रामदास, कहो अर्जन, शब्द किते नहीं हैगा। जदों शब्द आएगा कहो नानक आएगा, जन नानक आएगा।
पर जे तुसी हुक्म की व्याख्या सुननी है तो तुहानू गुरु अंगद साहब महाराज का जीवन पढ़ना पेगा, तो जे सेवा की वेखनी है तो गुरु अमरदास जी का जीवन पढ़ना पेगा। हुण अज हर व्यक्ति कहता जी मैं सेवा कर रहा, सेवा गुरु अमरदास ने 12 साल की है। साडा तो सेवा का टाइम ही 1.25 महीना है, 40 दिन। पता नहीं चलीसा कित्थों चुक लिया सी। चलीसा शब्द ही नहीं है साडा। सनातन मत विच लोग हनुमंत जी का चलीसा कटते हैं, उन्होंने मुबारक है। साडे विच चलीसा नहीं है। इथे गुरु अमरदास जी ने 60 साल तो लैके 72 साल तक 12 साल सेवा की है। सेवा किवें करनी है ये सानू गुरु अमरदास जी तो सीखना पेगा। ते गुरु घर विच रिश्तेदारी किवें निभाउणी है ये सानू गुरु रामदास जी तो सीखना पेगा। नहीं तो इदां दे घर जवाई तो नहीं हुंदे। घर जवाई का तो मतलब होंदा भी मंजी ते एक चिट्टी चादर थल्ले होवे, एक उत्ते होवे, भावें दोपहर होवे पर लम्मा पिया ही चाहिए जवाई तो। उदां भावें आकड़ जे पर जवाई भाई जो होया, पर ऐसा जवाई भाई जेठा तो नहीं सीगा। वो तो घर दमाद बन के भी अजे भी टोकरी ढोंदा है। भाना किवें मनना है ये तो गुरु अर्जन साहब तो सीखना पवेगा। तत्ती तवी ते बह के जदों तत्ता रेता सीस विच पै रिहा होवे तो फिर कोई कवे खा भला तेरा किया मीठा लागे, क्या जांदा है। साडे ते पैरां ते चाह डुल जे तो रब नूं बोलण लग जाने असीं। साडे पैरां ते चाह डुल जे तो रब नूं कोसना शुरू कर दिंदे असीं। हालांकि असीं कीता कुछ भी नहीं हुंदा। ते गुरु अर्जन साहब जी ने हरमंदर साहब गुरु रामदास महाराज के घर का सरोवर, धन श्री गुरु ग्रंथ साहब महाराज का स्वरूप, तरनतारन साहब, करतारपुर साहब, किन्नियां बख्शिशां कीतियां। फिर तत्ती तवी ते बहना पै गया तो फिर भी क्या आख्या तेरा किया मीठा लग गया। भाना इस गुरु तो सीखना पवेगा। भगती ते शक्ति नूं जोड़ के किवें चलना ये गुरु हरगोबिंद साहब सिखाउणगे। एक भी गुरु का जीवन बाहर कढ़ दोगे तो सिक्खी का महल पूरा नहीं होएगा। अगर गुरमुखी लिपि ना होंदी तो की गुरु ग्रंथ साहब महाराज का स्वरूप का ये जो अज असी दर्शन करते हैं ये हो सकता सी। सो इस करके मैं बेनती करा सानू बड़ी अधीनगी नाल पहला सिक्खी नूं समझण दी लोड़ है। अज तो बाद ये गल पल्ले बन लो कि कदे नहीं कहना मैं वेला सिख हाँ। वेला बंदा सिख नहीं हो सकता। वेला तो वेलड़ी होएगा, सिख तो वेला हो ही नहीं सकता। नहीं तुसी हुणे मेरे नाल सहमत होवोगे, तुहानूं बड़े गुरमुख वीर मिलणगे, भैणां मिलणगियां, तुसी उन्हां नूं कहोगे कि भाई तू की करदा है सारा दिन। कहदा यार मैं तो वेला ही नहीं हुंदा, सवेरे उठदा, इशनान करदा, नितनेम करदा, मैं गुरुद्वारे जाना, उत्थे कीर्तन सुनदा, कथा सुनदा, घर आउणा, प्रशादा छकदा, आराम करदा, फिर मैं सहज पाठ करन लग जाना, फिर मैं थोड़े बहुते घर के काम करदा, फिर मैं गुरुद्वारे जाके सेवा करन लग जाना। कदे भी गुरसिख तुहानूं वेला नहीं मिलेगा। अज भी जिहड़ा सतगुरु जी ने सानू शब्द बख्शिश कीता है ये सोरठ राग का शब्द है। गुरु पंजवें पातशाह महाराज जी दे पवित्र पावन मुख तो उचारण होया श्री गुरु ग्रंथ साहब महाराज जी दे 639-40 अंग ते दर्ज। सब तो पहला परमेश्वर का मंगल है, एक ओंकार सतगुर प्रसाद। परमात्मा एक है पर एक थां ते नहीं है।
ਉਹ ਸਾਰੀਆਂ ਥਾਵਾਂ ਤੇ ਹੈ। ਕੀ ਆਪਾਂ ਮੰਨਾਂਗੇ? ਕੀ ਆਪਾਂ ਮੰਨਦੇ ਆ? ਜੇ ਆਪਾਂ ਮੰਨਦੇ ਹੋਈਏ ਤਾਂ ਫਿਰ ਇਹ ਚੇਤਾ ਰੱਖਣਾ ਕਿ ਜਿਹੜੀਆਂ ਗੱਲਾਂ ਦੇ ਪ੍ਰਤੀ ਅਸੀਂ ਇਤਰਾਜ਼ ਕਰਦੇ ਆ ਕਿ ਇਹ ਗੁਰਦੁਆਰੇ ਦੇ ਵਿੱਚ ਗਲਤ ਨੇ, ਇਹ ਚੇਤਾ ਰੱਖਣਾ ਉਹ ਹਰ ਥਾਂ ਤੇ ਗਲਤ ਨੇ। ਫਿਰ ਜਿੱਥੇ ਵੀ ਤੁਸੀਂ ਰਹੋਗੇ, ਤੁਰੋਗੇ, ਬੈਠੋਗੇ, ਉੱਠੋਗੇ, ਅਗਰ ਤੁਹਾਨੂੰ ਇਹ ਪਤਾ ਹੋਵੇ ਕਿ ਸੱਦ ਸੁਣਦਾ, ਸੱਦ ਵੇਖਦਾ, ਤੇ ਹਰ ਥਾਂ ਤੇ ਜਦੋਂ ਤੁਸੀਂ ਉਹਨੂੰ ਹਾਜ਼ਰ ਨਾਜ਼ਰ ਮੰਨੋਗੇ ਕਿ ਜੈ ਜੈ ਪੇਖੋਂ ਤੈ ਹਜੂਰ, ਫਿਰ ਤੁਸੀਂ ਆਪਣੇ ਘਰ ਵੀ ਨੰਗੇ ਸਿਰ ਨਹੀਂ ਬੈਠ ਪਾਓਗੇ। ਜਿਹੜੀ ਸਾਡੀ ਮਰਿਆਦਾ ਹੈ ਉਹ ਕੱਲੀ ਇਹ ਤੇ ਨਹੀਂ ਨਾ ਵੀ ਜੇ ਘਰ 'ਚ ਕੋਈ ਵੱਡਾ ਹੈਗਾ ਤੇ ਸਿਰ ਤੇ ਚੁੰਨੀ ਲੈ ਲਓ, ਨਹੀਂ ਤੇ ਮੁੜ ਕੇ ਲੱਭੇ ਹੀ ਨਾ। ਨਹੀਂ, ਉਹਦਾ ਕੋਈ ਸੰਬੰਧ ਨਹੀਂ, ਵੱਡਿਆਂ ਛੋਟਿਆਂ ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਤੇ ਐਸੇ ਵੀ ਸਿੱਖ ਵੇਖੇ ਨੇ, ਉਹ ਅਗਰ ਕੇਸ ਹਰੇ ਕਰਨ, ਇਸ਼ਨਾਨ ਕਰਨ, ਫਿਰ ਵੀ ਉਹ ਸਿਰ ਤੇ ਇੱਕ ਪਤਲਾ ਜਿਹਾ ਕੱਪੜਾ ਜ਼ਰੂਰ ਰੱਖਦੇ ਨੇ। ਕੀ ਹੋਏਗਾ? ਵਾਲ ਕੇਸ ਸੁੱਕਣ ਵਿੱਚ 10 ਮਿੰਟ ਵੱਧ ਲੱਗ ਜਾਣਗੇ। ਪਰ ਉਹਨਾਂ ਦੀ ਭਾਵਨਾ ਹੈ ਕਿ ਨਹੀਂ, ਮੈਂ ਨੰਗੇ ਸਿਰ ਨਹੀਂ ਬੈਠਣਾ। ਹੁਣ ਉਹ ਪੁੱਛੋ ਵੀ ਇੱਥੇ ਕੌਣ ਵੇਖਦਾ, ਇੱਥੇ ਤੇਰੇ ਲਾਗੇ ਕੌਣ ਹੈ? ਬਹੁਤੀ ਗੱਲ ਤੇ ਕੁੰਡੀ ਬੰਦ ਕਰ ਲੈ। ਕੁੰਡੀ ਬੰਦ ਕਰਕੇ ਵੀ ਨੰਗੇ ਸਿਰ ਨਹੀਂ ਬੈਠੇਗਾ। ਜਿਨ੍ਹਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਰੱਬ ਸਾਰੀਆਂ ਥਾਵਾਂ ਤੇ ਹੈ, ਅਗਰ ਉਸ ਤੋਂ ਅਗਲੀ ਗੱਲ ਵੀ ਸਮਝ ਆ ਗਈ ਵੀ ਮਿਲੇਗਾ ਗੁਰੂ ਦੀ ਕਿਰਪਾ ਨਾਲ, ਕਿਉਂਕਿ ਗਿਆਨ ਵੀ ਪ੍ਰਾਪਤੀ ਨਹੀਂ ਹੈ, ਇਹ ਜ਼ਰੂਰ ਚੇਤਾ ਰੱਖਣਾ। ਅਗਰ ਤੁਹਾਨੂੰ ਇਹ ਲੱਗੇ ਨਾ ਵੀ ਗਿਆਨੀ ਜੀ ਆਏ ਨੇ ਦਿੱਲੀੋਂ, ਬੜੀ ਸੋਹਣੀ ਕਥਾ ਕਰਦੇ, ਬੜਾ ਗਿਆਨ ਹੈ, ਤੇ ਗਿਆਨ ਦਾ ਅਰਥ ਮੈਨੂੰ ਵੀ ਪ੍ਰਾਪਤੀ ਨਹੀਂ ਹੈ। ਹਰ ਭੁੱਖੇ ਕੋਲੇ ਗਿਆਨ ਹੈ ਵੀ ਜੇ ਪ੍ਰਸ਼ਾਦਾ ਮਿਲ ਜੇ ਤੇ ਮੇਰੀ ਭੁੱਖ ਮਿਟ ਜਾਏਗੀ। ਤੁਹਾਨੂੰ ਪੁੱਛੋ ਵੀ ਹੁਣ ਠੀਕ ਹੈ ਨਾ, ਰੋਟੀ ਦੀ ਲੋੜ ਤਾਂ ਨਹੀਂ ਹੈਗੀ, ਕਿਉਂਕਿ ਤੈਨੂੰ ਗਿਆਨ ਹੈ। ਹਰ ਬਿਮਾਰ ਨੂੰ ਗਿਆਨ ਹੈ ਕਿ ਜੇ ਮੈਨੂੰ ਦਵਾਈ ਮਿਲ ਜੇ ਮੈਂ ਠੀਕ ਹੋ ਸਕਦਾ। ਹਰ ਗਰੀਬ ਨੂੰ ਗਿਆਨ ਹੈ ਕਿ ਜੇ ਪੈਸੇ ਮਿਲ ਜਾਣ ਤੇ ਮੇਰੀ ਵੀ ਗਰੀਬੀ ਕੱਟੀ ਜਾ ਸਕਦੀ ਹੈ। ਪਰ ਗਰੀਬੀ ਕੱਟੀ ਤਾਂ ਕਿਸੇ ਦੀ ਨਹੀਂ ਗਈ, ਗਰੀਬੀ ਤੇ ਪੈਸਿਆਂ ਨਾਲ ਹੀ ਕੱਟੀ ਜਾਣੀ। ਭੁੱਖ ਤਾਂ ਰੋਟੀ ਨਾਲ ਹੀ ਮਿਟਣੀ ਹੈ ਭਾਈ, ਬਿਮਾਰੀ ਤਾਂ ਦਵਾਈ ਨਾਲ ਹੀ ਜਾਣੀ ਹੈ। ਗਿਆਨ ਆਪਣੀ ਜਗ੍ਹਾ, ਉਸ ਤੋਂ ਅੱਗੇ ਤੁਰਨਾ ਪਏਗਾ ਤੁਹਾਨੂੰ। ਅਗਰ ਗਿਆਨ ਤੋਂ ਬਾਅਦ ਦਵਾਈ ਨਹੀਂ ਮਿਲੀ ਤੇ ਤੁਸੀਂ ਠੀਕ ਨਹੀਂ ਹੋ ਸਕਦੇ। ਗਿਆਨ ਤੋਂ ਬਾਅਦ ਰੋਟੀ ਨਹੀਂ ਮਿਲੀ ਤੇ ਭੁੱਖ ਨਹੀਂ ਮਿਟੇਗੀ। ਤੋ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਹੈ ਇਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹੈ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਘਰ ਪਹਿਲਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਇਹ ਸਾਰਾ ਸੰਸਾਰ ਕਿਸਨੇ ਪੈਦਾ ਕੀਤਾ ਹੈ? ਪਤਾ ਕਰੋ। ਓਏ ਜੋ ਦੀਸੇ ਅੰਬਰ ਤਾਰੇ। ਚਲੋ ਥੱਲੇ ਤੇ ਲੈਂਟਰ ਕਿਸੇ ਨੇ ਪਾਇਆ, ਸਰੀਆ ਕਿਸੇ ਨੇ ਪਾਇਆ, ਖੁਦਾਈ ਕਿਸੇ ਨੇ ਕਰ ਦਿੱਤੀ, ਕਿਸੇ ਨੇ ਬਿਜਲੀ ਪੈਦਾ ਕਰ ਦਿੱਤੀ, ਕਿਸੇ ਨੇ ਭਾਖੜਾ ਡੈਮ ਬਣਾ ਦਿੱਤਾ, ਕਿਸੇ ਨੇ ਹੋਰ ਪਾਵਰ ਦੇ ਕੋਈ ਪਲਾਂਟ ਲਾ ਦਿੱਤੇ। ਪਰ ਉਹ ਜਿਹੜੀ ਉੱਪਰ ਵਾਇਰਿੰਗ ਹੋਈ ਉਹ ਕਿੰਨੇ ਕੀਤੀ ਹੈ? ਥੱਲੇ ਤੇ ਕਿਸੇ ਨੇ ਕੋਈ ਬਲਬ ਲਾ ਦਿੱਤੇ, ਕਿਸੇ ਨੇ ਕੋਈ ਟਿਊਬ ਲਾ ਦਿੱਤੀ, ਕਿਸੇ ਨੇ ਕੋਈ ਫਲੱਡ ਲਾਈਟ ਲਾ ਦਿੱਤੀ। ਪਰ ਜਿਹੜਾ ਉੱਪਰ ਪ੍ਰਬੰਧ ਹੋਇਆ ਉਹ ਕਿੰਨੇ ਕੀਤਾ ਹੈ? ਉਹ ਵਾਇਰਿੰਗ ਕਿੰਨੇ ਕੀਤੀ ਹੈ? ਉਹ ਟਿਊਬਾਂ ਲਾਈਟਾਂ ਕਿੰਨੇ ਲਾਈਆਂ ਨੇ? ਉਹ ਤਾਰੇ ਜਿਹੜੇ ਨੇ ਟਮਟਮਾਉਂਦੇ ਨੇ, ਉਹ ਬਲਬ ਕਿੰਨੇ ਜਗਾਏ ਨੇ? ਉਹ ਕੌਣ ਇੰਨਾ ਉੱਚਾ, ਕਿਹੜੀ ਲਿਫਟ ਹੈ? ਕੋਈ ਹੈ ਕੋਈ? ਸਭ ਜਗ ਜਿਨੇ ਉਪਾਇਆ ਭਾਈ। ਇਹ ਸਾਰਾ ਸੰਸਾਰ ਕਿੰਨੇ ਪੈਦਾ ਕੀਤਾ? ਰੋਜ਼ ਹੀ ਕਹੀ ਜਾਂਦੇ ਆ ਉਹ ਜੀ ਗਲੇਸ਼ੀਅਰ ਪਿਘਲ ਰਹੇ ਨੇ, ਗਲੋਬਲ ਵਾਰਮਿੰਗ ਦੀ ਪ੍ਰੋਬਲਮ ਆ ਜਾਣੀ ਹੈ, ਧਰਤੀ ਖਤਮ ਹੋ ਜਾਣੀ ਹੈ। ਵੀ ਪੁੱਛੋ ਕਿਹਦਾ ਬਾਪ ਉੱਥੇ ਬਰਫ਼ ਦੇ ਤੋਦੇ ਰੱਖ ਕੇ ਆਇਆ ਸੀ? ਉੱਥੇ ਜਿਹਨੇ ਪਹਿਲਾਂ ਰੱਖੇ ਨੇ ਉਹਨੇ ਫੇਰ ਰੱਖ ਲੈਣੇ ਨੇ। ਫਰਕ ਇੰਨਾ ਹੀ ਹੈ, ਸਾਡਾ ਰੱਬ ਨੂੰ ਮੰਨਣ 'ਚ ਇੰਨਾ ਹੀ ਫਰਕ ਹੈ। ਇਹ ਪਹਿਲਾਂ ਗਲੇਸ਼ੀਅਰ ਕਿੰਨੇ ਪੈਦਾ ਕੀਤੇ ਉੱਥੇ? ਮੇਰੇ ਬਜ਼ੁਰਗ ਨੇ ਤਾਂ ਕੀਤੇ ਨਹੀਂ, ਹੋ ਸਕਦਾ ਕਿਸੇ ਦੇ ਨੇ ਕੀਤੇ ਹੋਣ। ਤੇ ਜੇ ਕਿਸੇ ਦੇ ਵੀ ਨਹੀਂ ਕੀਤੇ ਤੇ ਫਿਰ ਰੱਬ ਨੇ ਕੀਤੇ ਨੇ। ਤੇ ਰੱਬ ਕਿੱਥੇ ਗਿਆ ਹੈ? ਜੇ ਉਹਨੇ ਪਹਿਲਾਂ ਉੱਥੇ ਬਰਫ਼ ਰੱਖੀ ਹੈ ਉਹ ਮੁੜ ਕੇ ਵੀ ਰੱਖ ਸਕਦਾ ਹੈ। ਸਮੁੰਦਰ ਕਿਹਨੇ ਬਣਾਇਆ ਹੈ?
ਚਸ਼ਮੇ ਸੋਮੇ ਕਿਹਨੇ ਬਣਾਏ ਨੇ? ਇਹ ਨਦੀਆਂ ਦਰਿਆ ਕਿਹਨੇ ਬਣਾਏ ਨੇ? ਇਹ ਤਾਰੇ ਚੰਦਰਮਾ ਸੂਰਜ ਇਹ ਕਿਸ ਨੇ ਬਣਾਏ ਨੇ? ਜਿਹਨੇ ਪਹਿਲਾਂ ਬਣਾਏ ਨੇ ਫਿਰ ਬਣਾ ਲੇਗਾ। ਉਹਦੇ ਵਾਸਤੇ ਕੀ ਔਖਾ ਹੈ? ਉਹ ਤੇ ਭੰਨਣ ਘੜਨ ਸਮਰੱਥ ਹੈ। ਸਿਰਫ ਇੰਨਾ ਪਤਾ ਕਰ ਲਓ ਕਿ ਜਗਤ ਪੈਦਾ ਕਿਹਨੇ ਕੀਤਾ ਹੈ। ਅਸੀਂ ਤੇ ਕਿਸੇ ਨੇ ਇੱਕ ਚੀਜ਼ ਪੈਦਾ ਕੀਤੀ, ਉਹਦੇ ਪਿੱਛੇ ਹੀ ਸਾਰੀ ਸਾਡੀ ਉਮਰ ਲੰਘ ਜਾਂਦੀ ਹੈ, ਉਹਦੇ ਹੀ ਗੁਣ ਗਣਾਉਂਦੇ ਰਹਿੰਦੇ ਅਸੀਂ। ਨਹੀਂ, ਸ੍ਰਿਸ਼ਟੀ ਕਿਹਨੇ ਪੈਦਾ ਕੀਤੀ? ਸਭ ਜਗ ਜਿਨੇ ਉਪਾਇਆ ਭਾਈ, ਇਹ ਚੇਤਾ ਰੱਖਣਾ। ਅਗਲੀ ਗੱਲ, ਕਰਨ ਕਾਰਨ ਸਮਰੱਥ। ਉਹ ਕਰਨ ਵਾਲਾ ਵੀ ਹੈ, ਉਹ ਕਰਾਉਣ ਵਾਲਾ ਵੀ ਹੈ, ਉਹ ਸਮਰੱਥ ਹੈ। ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਹੈ, ਕੋਈ ਊਣਤਾਈ ਨਹੀਂ ਹੈ। ਹਾਂਜੀ। ਜਿਉ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵਥ। ਜਿੰਦ ਪਾ ਕੇ ਜਿਨੇ ਸਰੀਰ ਦਿੱਤਾ ਹੈ, ਅਗਰ ਉਹ ਆਪਣੀ ਆਤਮਾ ਦੀ ਸੱਤਿਆ ਨਾ ਦੇਵੇ ਤਾਂ ਕੀ ਇਹ ਸਰੀਰ ਜੀਵਤ ਰਹਿ ਸਕਦਾ ਹੈ? ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਨ। ਆਪਾਂ ਕਿੱਥੇ ਚਲੇ ਗਏ? ਰੱਬ ਨੂੰ ਮੰਨਣ ਵਾਲੇ, ਪੂਜਾ ਕਾਲਕੀ ਕਰਨ ਵਾਲੇ, ਇੱਕ ਓਂਕਾਰ ਦੇ ਪੁਜਾਰੀ ਅੱਜ ਕਿੱਥੇ ਆ ਗਏ? ਅੱਜ ਅਮੂਮਨ ਤੁਸੀਂ ਕਿਸੇ ਦੇ ਘਰ ਜਾਓਗੇ, ਤੁਹਾਨੂੰ ਕੋਈ ਫੋਟੋ ਮਿਲੇਗੀ। ਇਹ ਕਿਹਨਾਂ ਦੀ ਫੋਟੋ ਜੀ? ਕਹਿੰਦੇ ਜੀ ਬਸ ਜੀ ਇਹਨਾਂ ਦੀ ਕਿਰਪਾ ਹੈ। ਪੁੱਛੋ ਇਹਨਾਂ ਦੀ ਕਿਰਪਾ ਨਾਲ ਕੀ ਹੋਇਆ? ਜੀ ਸਭ ਕੁਝ ਹੋਇਆ ਜੀ। ਪੁੱਛੋ ਇੱਕ ਤੇ ਕਦੋਂ ਤੁਹਾਨੂੰ ਮਿਲੇ? ਇਹ ਜੀ ਸਾਡੇ ਪਿਤਾ ਜੀ ਨੂੰ ਮਿਲੇ ਸੀ। ਪੁੱਛੋ ਵੀ ਤੁਹਾਡੇ ਦਾਦਾ ਜੀ ਦੇ ਵੇਲੇ ਕੰਮ ਕਿਵੇਂ ਚੱਲਦਾ ਸੀ? ਮਤਲਬ ਕਿਰਪਾ ਤੇ ਉਦੋਂ ਹੋਈ ਨਾ ਜਦੋਂ ਇਹ ਫੋਟੋ ਘਰ 'ਚ ਆਈ ਹੈ। ਜਿਹੜੀ ਉਸ ਤੋਂ ਪਹਿਲੀਆਂ ਤੁਹਾਡੀਆਂ ਪੀੜ੍ਹੀਆਂ ਸੀ ਉਹ ਕੀ ਕਰਦੀਆਂ ਸੀ? ਮਤਲਬ ਉਹ ਤਵੇ ਦੀ ਰੋਟੀ ਨਹੀਂ ਸੀ ਖਾਂਦੀਆਂ, ਤਵਾ ਚੱਟ ਕੇ ਗੁਜ਼ਾਰਾ ਕਰਦੀਆਂ ਸੀ। ਉਸ ਤੋਂ ਪਹਿਲਾਂ ਤੁਹਾਡੇ ਤੇ ਕੌਣ ਕਿਰਪਾ ਕਰਦਾ ਸੀ? ਮੈਂ ਫਿਰ ਬੇਨਤੀ ਕਰਾਂ, ਹਰ ਮਹਾਂਪੁਰਖ ਪੂਜਣ ਯੋਗ ਹੈ, ਸਨਮਾਨਣ ਯੋਗ ਹੈ, ਪਰ ਅਰਥ ਗੁਰਬਾਣੀ ਦੇ ਵਿੱਚੋਂ ਸਮਝ ਲਓ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਹਰ ਮਹਾਂਪੁਰਖ ਦੀ ਵਡਿਆਈ ਇੰਨੀ ਹੈ ਕਿ ਉਹ ਤੁਹਾਨੂੰ ਅੰਮ੍ਰਿਤ ਛਕਣ ਲਈ ਪ੍ਰੇਰੇ, ਉਹ ਤੁਹਾਨੂੰ ਬਾਣੀ ਪੜ੍ਹਨ ਲਈ ਪ੍ਰੇਰੇ, ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜੇ। ਜਿਹੜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜਦਾ, ਤੁਸੀਂ ਕਿਵੇਂ ਮੰਨ ਲਿਆ ਕਿ ਭਾਈ ਉਹ ਵੀ ਤੁਹਾਡਾ ਕੋਈ ਮਾਰਗਦਰਸ਼ਕ ਹੋ ਸਕਦਾ ਹੈ? ਇਹ ਜਿੰਦ ਤੁਹਾਨੂੰ ਕਿੰਨੇ ਦਿੱਤੀ? ਸਰੀਰ ਤੁਹਾਨੂੰ ਕਿੰਨੇ ਦਿੱਤਾ? ਇਹਦੇ ਵਿੱਚ ਵੱਥ ਸਤਿਆ ਆਤਮਾ ਜਿਹੜੀ ਉਹ ਕਿੰਨੇ ਰੱਖੀ ਹੋਈ ਹੈ? ਜਿਹਨੇ ਰੱਖੀ ਹੈ ਉਹਨੇ ਸਾਰਾ ਜਗਤ ਪੈਦਾ ਕੀਤਾ ਹੈ। ਹਾਂਜੀ। ਕਿਨ ਕਹੀਆ ਕਿਉ ਦੇਖੀਆ ਭਾਈ, ਕਰਤਾ ਏਕ ਅਕਥ। ਉਸ ਪ੍ਰਭੂ ਪਰਮਾਤਮਾ ਨੂੰ ਨਹੀਂ ਕਿਹਾ ਜਾ ਸਕਦਾ। ਉਸ ਪ੍ਰਭੂ ਪਰਮਾਤਮਾ ਨੂੰ ਇਹਨਾਂ ਬਾਹਰੀ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ। ਉਹ ਪਰਮਾਤਮਾ ਅਕਥ ਹੈ, ਉਹ ਸਾਡੇ ਸ਼ਬਦਾਂ ਦੇ ਵਿੱਚ ਕਦੇ ਬੱਧਾ ਨਹੀਂ ਜਾ ਸਕਦਾ। ਹਾਂਜੀ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਇੱਕੋ ਰਸਤਾ ਬਾਕੀ ਬਚਦਾ ਹੈ, ਜਿਹੜਾ ਗੋਬਿੰਦ ਰੂਪ ਗੁਰੂ ਹੈ, ਰੱਬ ਦਾ ਰੂਪ ਗੁਰੂ ਹੈ। ਦੇਖੋ, ਇੱਕ ਸਟੇਜ ਐਸੀ ਹੈ ਜਿੱਥੇ ਗੁਰੂ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ। ਹਾਲਾਂਕਿ ਇਹ ਸੱਚ ਹੈ ਕਿ ਜਿਹੜਾ ਨਿਰਗੁਣ ਰੂਪ ਹੈ ਉਹ ਵਾਹਿਗੁਰੂ ਹੈ, ਜਿਹੜਾ ਸਰਗੁਣ ਰੂਪ ਹੈ ਉਹ ਗੁਰੂ ਹੈ। ਮੈਂ ਤਾਂ ਹਮੇਸ਼ਾ ਇੱਥੇ ਆ ਕੇ ਬੇਨਤੀ ਕਰਦਾ, ਜਦੋਂ ਤੁਸੀਂ ਗੁਰੂ ਕਹੋਗੇ ਤੇ ਗੁਰੂ ਦੇ ਅਰਥ ਗੁਰੂ ਨਾਨਕ ਨੇ। ਪਰ ਕੋਈ ਸੱਜਣ ਮੈਨੂੰ ਵਾਹਿਗੁਰੂ ਦੇ ਅਰਥ ਗੁਰੂ ਨਾਨਕ ਕਰ ਦੇਵੇ, ਮੈਂ ਤਾਂ ਉਹਦੇ ਅੱਗੇ ਹੱਥ ਜੋੜ ਦਿਆਂਗਾ। ਵਾਹਿਗੁਰੂ ਦੇ ਅਰਥ ਗੁਰੂ ਨਾਨਕ ਨਹੀਂ। ਗੁਰੂ ਤੇ ਵਾਹਿਗੁਰੂ ਵਿੱਚ ਇੰਨਾ ਕੁ ਆਪਾਂ ਅੰਤਰ ਸਮਝ ਲਈਏ। ਵਾਹਿਗੁਰੂ ਕੌਣ ਹੈ? ਜਿਹਦਾ ਗੁਰੂ ਨੇ ਗਿਆਨ ਦਿੱਤਾ ਹੈ। ਸਾਨੂੰ ਗੁਰੂ ਨੇ ਦੱਸਿਆ ਵਾਹਿਗੁਰੂ ਕੌਣ ਹੈ। ਜੇ ਗੁਰੂ ਨਾਨਕ ਸਾਹਿਬ ਨਾ ਆਉਂਦੇ, ਅਸੀਂ ਤੇ ਪਿੱਪਲਾਂ ਦੀ ਪੂਜਾ, ਜੰਡੀਆਂ ਦੀ ਪੂਜਾ, ਕਿੱਕਰਾਂ ਦੀ ਪੂਜਾ, ਮੜੀਆਂ ਦੀ ਪੂਜਾ, ਪਤਾ ਨਹੀਂ ਕਿਹੜੀ ਕਿਹੜੀ ਪੂਜਾ ਕਰਦੇ ਸੀ। ਚੂਹਿਆਂ ਦੀ ਪੂਜਾ, ਸੱਪਾਂ ਦੀ ਪੂਜਾ, ਪਤਾ ਨਹੀਂ ਕਿਹੜੀ ਕਿਹੜੀ ਪੂਜਾ ਕਰਦੇ ਸੀ। ਮੈਂ ਤੇ ਇੱਕ ਦਿਨ ਬੰਗਲਾ ਸਾਹਿਬ ਵੀ ਬੇਨਤੀ ਕੀਤੀ ਵੀ ਇੱਕ ਮੇਰੇ ਵਰਗਾ ਪੁਜਾਰੀ ਸੀ ਮੰਦਿਰ 'ਚ ਬੈਠਾ, ਤੇ ਉਧਰੋਂ ਕੋਈ ਭਗਤ ਆ ਗਿਆ ਤੇ ਉਹਨੇ 1 ਰੁਪਈਆ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਮੱਥਾ ਟੇਕਿਆ। ਤੇ ਪੁਜਾਰੀ ਜਿਹੜਾ ਸੀ ਉਹਨੇ ਸੋਚਿਆ ਵੀ ਦਿਹਾੜੀ ਬਣਾ ਲਈਏ ਥੋੜੀ ਜੀ। ਕਹਿਣ ਲੱਗਾ ਵੀ ਆਹ ਕੀ ਗੱਲ ਬਈ, 33 ਕਰੋੜ ਦੇਵੀ ਦੇਵਤੇ ਤੇ ਭੇਟਾ 1 ਰੁਪਈਆ।
ਹੁਣ ਮੈਂ ਸੋਚਿਆ ਵੀ ਮੈਂ ਬੜਾ ਸਿਆਣਾ, ਮੈਂ ਮੇਰੇ ਵਰਗਾ ਪੁਜਾਰੀ ਸੀ। ਉਹ ਭਗਤ ਸ਼ਾਇਦ ਹੋ ਸਕਦਾ ਮੇਰੇ ਤੋਂ ਵੀ ਅੱਗੇ ਸੀ। ਉਹ ਕਹਿੰਦਾ ਜੀ ਪੁਜਾਰੀ ਸਾਹਿਬ ਗੱਲ ਹੀ ਕੋਈ ਨਹੀਂ, ਤੁਸੀਂ ਏਦਾਂ ਕਰੋ ਦੇਵਤਿਆਂ ਦੇ ਨਾਮ ਬੋਲੀ ਜਾਓ, ਮੈਂ ਰੁਪਈਆ ਮੱਥਾ ਟੇਕੀ ਜਾਣਾ। ਹੁਣ ਪੁਜਾਰੀ ਸਾਹਿਬ ਸੱਜੇ ਖੱਬੇ ਵੇਖਣ ਵੀ 33 ਕਰੋੜ ਨਾ ਕਿੱਥੋਂ ਲਿਆਉਣੇ ਨੇ, ਆਉਂਦੇ ਉਹਨੂੰ ਵੀ ਨਹੀਂ ਸੀ, ਉਹਨੂੰ ਕਿਹੜਾ ਆਉਂਦੇ ਨੇ। ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ, ਤੁਸੀਂ ਨਾ ਲਈ ਚੱਲੋ, ਮੈਂ ਰੁਪਈਆ ਮੱਥਾ ਟੇਕੀ ਜਾਣਾ। ਹਾਲਾਤ ਇਹ ਨੇ। ਅਸੀਂ ਇਹ ਗੱਲ ਸਮਝ ਲਈਏ, ਗੁਰੂ ਦਾ ਅਰਥ ਗੁਰੂ ਨਾਨਕ ਹੈ। ਅਗਰ ਗੁਰੂ ਧਰਤੀ ਤੇ ਨਾ ਆਉਂਦਾ, ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਲੱਖਾਂ ਹਜ਼ਾਰਾਂ ਚੰਦਰਮਾ ਸੂਰਜ ਚੜ ਜਾਂਦੇ, ਗੁਰੂ ਤੋਂ ਬਿਨਾਂ ਗਿਆਨ ਨਹੀਂ ਸੀ ਮਿਲਣਾ। ਇਸ ਕਰਕੇ ਭਾਈ ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੇ ਤੱਥ। ਨਿਚੋੜ ਸਾਰ ਕੀ ਹੈ, ਤੱਥ ਕੀ ਹੈ, ਇਹ ਤਾਂ ਗੁਰੂ ਦੱਸੇਗਾ। ਇਹ ਤਾਂ ਗੁਰੂ ਨੇ ਸਮਝਾਇਆ ਹੈ ਕਿ ਬਿਨ ਕਰਤਾਰ ਨਾ ਕੀਰਤਮ ਮਾਨੋ, ਆਦ ਅਜੋਨ ਅਜੈ ਅਬਨਾਸ਼ੀ, ਤੈ ਪਰਮੇਸ਼ਰ ਜਾਨੋ। ਇਹ ਮੂਲ ਮੰਤਰ ਸਾਨੂੰ ਗੁਰੂ ਦੇ ਗਿਆ ਕਿ ਉਹ ਅਜੂਨੀ ਹੈ, ਉਹ ਸਹਿ ਭੰਗ ਹੈ, ਉਹ ਗੁਰ ਪ੍ਰਸਾਦ ਹੈ। ਅਸੀਂ ਇਹਨੂੰ ਪੜਨ ਵਾਲੇ ਪਾਸੇ ਨਹੀਂ ਤੁਰੇ, ਇਹਦੇ ਅਰਥ ਸਮਝਣ ਵਾਲੇ ਪਾਸੇ ਨਹੀਂ ਤੁਰੇ। ਇੱਕ ਇੱਕ ਵਿਸ਼ੇਸ਼ਣ ਹੈ, ਉਹ ਨਿਰਭਉ ਹੈ, ਉਹ ਡਰਦਾ ਹੀ ਨਹੀਂ ਕਿਸੇ ਕੋਲੋਂ, ਉਹ ਨਿਰਵੈਰ ਹੈ, ਉਹ ਕਿਸੇ ਦਾ ਦੁਸ਼ਮਣ ਨਹੀਂ ਹੈ। ਪਰ ਅਸੀਂ ਤਾਂ ਸਾਰੇ ਰੱਬ ਨੂੰ ਦੁਸ਼ਮਣ ਮੰਨਦੇ ਹਾਂ, ਕਿਉਂਕਿ ਜਦੋਂ ਸਾਡਾ ਕੰਮ ਖਲੋ ਜਾਂਦਾ ਹੈ ਅਸੀਂ ਕਹਿੰਦੇ ਆ ਪਤਾ ਨਹੀਂ ਰੱਬ ਨੂੰ ਸਾਡੇ ਨਾਲ ਕੀ ਦੁਸ਼ਮਣੀ ਹੈ। ਨਹੀਂ, ਰੱਬ ਹੈ ਹੀ ਨਹੀਂ ਦੁਸ਼ਮਣ ਕਿਸੇ ਦਾ। ਦੁਸ਼ਮਣ ਸਾਡੇ ਕਰਮ ਨੇ, ਰੱਬ ਸਾਡਾ ਦੁਸ਼ਮਣ ਨਹੀਂ ਹੈ। ਮੂਲ ਮੰਤਰ ਨੂੰ ਪੜ੍ਹੀਏ ਫਿਰ ਪਤਾ ਲੱਗਦਾ ਰੱਬ ਹੈ ਕੌਣ ਹੈ। ਹਰ ਬੰਦਾ ਕਹੀ ਜਾਂਦਾ ਜੀ ਮੈਂ ਤਾਂ ਉਹਦੀ ਭਗਤੀ ਕਰਦਾ, ਤੈਨੂੰ ਉਹਦੇ ਸੁਭਾਅ ਬਾਰੇ ਪਤਾ ਹੈ? ਅਫਸਰ ਹੁੰਦਾ ਉਹਦਾ ਸੁਭਾਅ ਹੁੰਦਾ ਹੈ, ਮਾਂ ਹੁੰਦੀ ਉਹਦਾ ਸੁਭਾਅ ਹੁੰਦਾ ਹੈ, ਬਾਪ ਹੁੰਦਾ ਉਹਦਾ ਸੁਭਾਅ ਹੁੰਦਾ ਹੈ, ਈਵਨ ਤੁਹਾਡੀ ਘਰ ਵਾਲੀ ਉਹਦਾ ਵੀ ਇੱਕ ਸੁਭਾਅ ਹੈ। ਤੁਹਾਡੀ ਹਿੰਮਤ ਹੈ ਵੀ ਹਰ ਗੱਲ ਤੁਸੀਂ ਕਹਿ ਲੋਗੇ? ਪਹਿਲਾਂ ਵੇਖਦੇ ਹੋ ਵੀ ਅੱਜ ਕੱਲ ਨਾ ਫੋਨ 'ਚ ਇੱਕ ਵਰਡ ਆਉਂਦਾ, ਉਹ ਹੈਗਾ ਮੂਡ, ਕਿ ਫੋਨ ਨੂੰ ਤੁਸੀਂ ਸਾਇਲੈਂਟ ਮੂਡ ਤੇ ਕਰਨਾ ਹੈ ਕਿ ਉਹਨੂੰ ਰਿੰਗ ਮੂਡ ਤੇ ਕਰਨਾ ਹੈ। ਘਰ ਵਾਲੀ ਦਾ ਵੀ ਜਾ ਕੇ ਪਹਿਲਾਂ ਤੁਹਾਨੂੰ ਮੂਡ ਵੇਖਣਾ ਪੈਣਾ ਵੀ ਇਸ ਵੇਲੇ ਕਿਹੜੇ ਸੁਭਾਅ 'ਚ ਬੈਠੀ ਹੈ, ਵੀ ਚਾਹ ਮੰਗੀਏ ਕਿ ਨਾ ਮੰਗੀਏ, ਪ੍ਰਸ਼ਾਦੇ ਦਾ ਕਹੀਏ ਕਿ ਨਾ ਕਹੀਏ। ਅਸੀਂ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੈ। ਇੰਨੀ ਵੱਡੀ ਗੁਰਬਾਣੀ ਗੁਰੂ ਨੇ ਸਾਨੂੰ ਦਿੱਤੀ ਹੈ, ਪਰ ਇਹ ਤਾਂ ਹੋਵੇ ਜੇ ਬਾਣੀ ਨੂੰ ਗੁਰੂ ਮੰਨੀਏ। ਤਾਂ ਬਾਣੀ ਤੇ ਇੱਕ ਪਾਠ ਬਣ ਗਿਆ, ਇੱਕ ਸਹਿਜ ਪਾਠ ਹੋ ਗਿਆ, ਇੱਕ ਸਤਪਾਹ ਪਾਠ ਹੋ ਗਿਆ, ਇੱਕ ਅਖੰਡ ਪਾਠ ਹੋ ਗਿਆ। ਅਸੀਂ ਇਹਨੂੰ ਪਾਠ ਬਣਾ ਲਿਆ ਗੁਰਬਾਣੀ, ਵੀ ਇਹ ਤਾਂ ਪਾਠ ਹੈ। ਹੁਣ ਗੁਰੂ ਲੱਭਣ ਵਾਸਤੇ ਅਸੀਂ ਬਾਹਰ ਤੁਰ ਪਏ। ਨਹੀਂ, ਗੁਰਬਾਣੀ ਹੀ ਗੁਰੂ ਹੈ। ਇਹਦਾ ਪੜ੍ਹਨ ਪੜਾਉਣ ਦਾ ਮਹਾਤਮ ਹੀ ਇਹ ਸੀਗਾ ਕਿ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਇਹ ਗੁਰੂ ਦਾ ਵਾਤਾਵਰਣ ਬਣਿਆ ਰਹਿਣਾ ਚਾਹੀਦਾ ਹੈ, ਇਹ ਔਰਾ ਬਣਿਆ ਰਹਿਣਾ ਚਾਹੀਦਾ ਹੈ। ਤੁਸੀਂ ਉਹਦੇ ਚੋਂ ਬਾਹਰ ਨਹੀਂ ਨਿਕਲਣੇ ਚਾਹੀਦੇ। ਹਾਂਜੀ, ਮੇਰੇ ਮਨ ਜਪਿਆ ਹਰ ਭਗਵੰਤਾ। ਐ ਮੇਰੇ ਮਨ, ਉਹ ਜਿਹੜਾ ਭਗਵੰਤ ਹੈ, ਪਰਮਾਤਮਾ ਜਿਹੜਾ ਹੈ, ਉਹਦਾ ਸਿਮਰਨ ਕਰਿਆ ਕਰ। ਜਦੋਂ ਵੀ ਤੁਸੀਂ ਰੱਬ ਦਾ ਨਾਮ ਲੈਣਾ ਹੈ ਨਾ, ਇਹ ਪਤਾ ਕਰਿਓ ਵੀ ਇਹ ਕਿਸੇ ਬੰਦੇ ਦਾ ਨਾਂ ਨਹੀਂ ਹੋਣਾ ਚਾਹੀਦਾ। ਪਰਮਾਤਮਾ ਜਿਹੜਾ ਹੈ, ਉਹਦੇ ਜਿੰਨੇ ਵੀ ਅਸੀਂ ਨਾਂ ਲੈਣੇ ਉਹ ਸਾਰੇ ਕਿਰਤਮ ਨਾਮ ਨੇ। ਕਿਰਤਮ ਨਾਮ ਕਥੈ ਤੇਰੇ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਹਾਂਜੀ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ। ਉਹ ਪਰਮਾਤਮਾ ਸਾਨੂੰ ਨਾਮ ਦਾਨ ਦਿੰਦਾ ਹੈ, ਸਾਡੇ ਸਾਰੇ ਦੁੱਖ ਹਰਨ ਦੇ, ਕੱਟਣ ਦੇ ਉਹ ਸਮਰੱਥ ਹੈ। ਹਾਂਜੀ, ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ। ਜਿਸ ਪਰਮਾਤਮਾ ਦੇ ਘਰ ਵਿੱਚ ਸਭ ਕੁਝ ਹੈ, ਜਿਸ ਪਰਮਾਤਮਾ ਦੇ ਖਜ਼ਾਨੇ ਭਰੇ ਪਏ ਨੇ, ਕੋਈ ਟੋਟਾ ਹੈ ਹੀ ਨਹੀਂ, ਕੋਈ ਕਮੀ ਨਹੀਂ ਹੈ। ਇਹ ਮਤ ਸੋਚਣਾ ਵੀ ਮੈਂ ਜੇ ਪਿੱਛੇ ਰਹਿ ਗਿਆ ਤੇ ਮੈਨੂੰ ਨਹੀਂ ਮਿਲੇਗਾ ਨਾ, ਉਹਦੇ ਘਰ ਕਦੇ ਕਮੀ ਹੈ ਹੀ ਨਹੀਂ। ਇਹ ਤਾਂ ਸੋਚੀਏ ਨਾ ਵੀ ਜੇ ਉਹਦੇ ਖਜ਼ਾਨੇ ਅਖੁੱਟ ਨਾ ਹੋਣ ਤਾਂ ਉਹ ਤਾਂ ਅਖੁੱਟ ਖਜ਼ਾਨੇ ਨੇ, ਖੁੱਟਦੇ ਹੀ ਨਹੀਂ ਕਦੇ। ਹਾਂਜੀ, ਜਿਸ ਕੀ ਕੀਮਤ ਨਾ ਪਵੈ ਭਾਈ, ਊਚਾ ਅਗਮ ਅਪਾਰ। ਉਸ ਪਰਮਾਤਮਾ ਦੀ ਕੋਈ ਕੀਮਤ ਨਹੀਂ ਪਾ ਸਕਦਾ, ਉਹ ਉੱਚਾ ਹੈ,
ਉਹ ਅਗੰਮ ਹੈ, ਉਹ ਅਪਾਰ ਹੈ। ਹਾਂਜੀ, ਜੀ ਜੰਤ ਪ੍ਰਤਪਾਲਦਾ ਪਾਏ, ਨਿਤ ਨਿਤ ਕਰਦਾ ਸਾਰ। ਉਹ ਸਾਨੂੰ ਜੀਵਾਂ ਨੂੰ ਜਨਮ ਵੀ ਦਿੰਦਾ ਹੈ, ਸਾਡੀ ਪਰਵਰਿਸ਼ ਵੀ ਕਰਦਾ ਹੈ ਔਰ ਸਾਡੀ ਸੰਭਾਲ ਵੀ ਕਰਦਾ ਹੈ। ਹਮੇਸ਼ਾ ਅਸੀਂ ਉਹਦੀ ਨਜ਼ਰ ਵਿੱਚ ਆ, ਹਮੇਸ਼ਾ ਅਸੀਂ ਉਹਦੇ ਧਿਆਨ ਵਿੱਚ ਆ। ਮਾਂ ਜਿਹੜੀ ਹੈ ਨਾ, ਤੁਸੀਂ ਕੀ ਸੋਚਦੇ ਵੀ ਮਾਂ ਸਿਰਫ 3 ਟਾਈਮ ਰੋਟੀ ਦਿੰਦੀ ਹੈ? ਨਾ, ਮਾਂ ਨੂੰ ਹਰ ਵਕਤ ਬੱਚੇ ਦੀ ਖਬਰ ਹੁੰਦੀ ਹੈ। ਔਰ ਤੁਸੀਂ ਨੋਟ ਕਰਿਓ, ਆਪਾਂ ਸਾਰੇ ਅਖੀਰ ਮਾਂ ਤੋਂ ਹੀ ਪੈਦਾ ਹੋਏ ਆ। ਚਲੋ ਸਾਡੀਆਂ ਮਾਵਾਂ ਕੋਲ ਟੈਲੀਫੋਨ ਨਹੀਂ ਸੀ ਹੁੰਦੇ, ਪਰ ਅੱਜ ਤੁਸੀਂ ਵੇਖੋ ਕਿ ਜਿੰਨੀ ਵਾਰੀ ਦਿਨ 'ਚ ਬੱਚੇ ਨੂੰ ਮਾਂ ਦਾ ਫੋਨ ਆਉਂਦਾ, ਬਾਪ ਦਾ ਨਹੀਂ ਆਉਂਦਾ। ਉਹ ਤੁਹਾਡੀ ਹਰ ਮੂਵਮੈਂਟ ਤੇ ਤੁਹਾਡੇ ਨਾਲ ਰਹਿਣਾ ਚਾਹੁੰਦੀ ਹੈ। ਘੜੀ ਘੜੀ ਪੁੱਛੇਗੀ ਹੁਣ ਕਿੱਥੇ ਹੈ ਤੂੰ। ਤੁਸੀਂ ਕਹੀ ਵੀ ਜਾਵੋ ਸਕੂਲ 'ਚ, ਕੀ ਕਰਦਾ ਹੈ ਤੂੰ? ਦੱਸੋ, ਹੱਦ ਹੋ ਗਈ ਵੀ ਬੀਬੀ ਬਸ ਕਰ, ਮੈਂ ਪੜ੍ਹਦਾ ਆ। ਕੀ ਪੜ੍ਹਦਾ ਤੂੰ? ਇਹਨੂੰ ਮਾਂ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਧਿਆਨ ਕਰਨਾ, ਇਹਨੂੰ ਕਹਿੰਦੇ ਨੇ ਸਾਰ ਲੈਣੀ। ਤੂੰ ਰੋਟੀ ਖਾ ਲਈ ਹੈ? ਮੈਂ ਖਾ ਲਈ ਹੈ। ਨਹੀਂ ਖਾਧੀ ਹੋਣੀ, ਮਤਲਬ ਉਹਦਾ ਵਸ ਚਲੇ ਤੇ ਵੀਡੀਓ ਕਾਲ ਕਰਕੇ ਕਵੇ ਵੀ ਡੱਬਾ ਵਿਖਾ ਖਾਲੀ ਹੋਇਆ ਕਿ ਅਜੇ ਨਾਲ ਹੀ ਚੁੱਕੀ ਫਿਰਦਾ। ਪਰਮਾਤਮਾ ਕੇਵਲ ਸਾਨੂੰ ਰੋਟੀ ਨਹੀਂ ਦਿੰਦਾ, ਉਹ ਸਾਡੀ ਸਾਰ ਵੀ ਲੈਂਦਾ ਹੈ, ਉਹ ਸਾਡੀ ਸੰਭਾਲ ਵੀ ਕਰਦਾ, ਉਹ ਸਾਨੂੰ ਆਪਣੇ ਧਿਆਨ 'ਚ ਰੱਖਦਾ ਹੈ ਵੀ ਕੀ ਹੋ ਰਿਹਾ ਹੈ। ਕਦੇ ਤੁਹਾਡੇ ਬਾਪ ਨੇ ਤੁਹਾਡਾ ਕਮਰਾ ਨਹੀਂ ਚੈੱਕ ਕੀਤਾ ਹੋਏਗਾ ਬਾਹਰ ਖਲੋ ਕੇ। ਤੁਹਾਡੀ ਮਾਂ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਸੁਣਦੀ ਹੈ ਵੀ ਅਜੇ ਪੜ੍ਹੀ ਜਾਂਦਾ ਕਿ ਸੌਂ ਗਿਆ, ਕਿਤੇ ਖੇਡਣ ਤੇ ਨਹੀਂ ਲੱਗ ਗਿਆ, ਕਿਸੇ ਨਾਲ ਗੱਲਾਂ ਤੇ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਧਿਆਨ ਕਰਨਾ। ਤੁਸੀਂ ਉਹਦੇ ਧਿਆਨ ਵਿੱਚ ਹੋ। ਉਹ ਪ੍ਰਮਾਤਮਾ ਨੂੰ ਪਤਾ ਹੈ ਤੁਸੀਂ ਕਦੋਂ ਭੁੱਖੇ ਹੋ, ਕਦੇ ਰੋਜੇ ਹੋ, ਕਦੋਂ ਤੁਸੀਂ ਦੁੱਖ ਵਿੱਚ ਹੋ, ਕਦੇ ਸੁੱਖ ਵਿੱਚ ਹੋ। ਉਸ ਪ੍ਰਮਾਤਮਾ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ, ਉਹ ਵਿਣ ਬੋਲਿਆ ਸਭ ਕੁਝ ਜਾਣਦਾ। ਹਾਂਜੀ, ਸਤਿਗੁਰ ਪੂਰਾ ਭੇਟੀਆ ਪਾਏ, ਸ਼ਬਦ ਮਿਲਾਵਨ ਹਾਰ। ਗੁਰੂ ਪੂਰੇ ਨੂੰ ਮਿਲੋ, ਗੁਰੂ ਪੂਰੇ ਨੂੰ ਪ੍ਰਾਪਤ ਕਰੋ। ਗੁਰੂ ਤੁਹਾਨੂੰ ਸ਼ਬਦ ਨਾਲ ਜੋੜੇਗਾ, ਗੁਰੂ ਬਾਣੀ ਨਾਲ ਜੋੜ ਕੇ ਤੁਹਾਨੂੰ ਰੱਬ ਨਾਲ ਮਿਲਾਏਗਾ। ਹਾਂਜੀ, ਸੱਚੇ ਚਰਨ ਸ੍ਰੇਵੀਐ ਪਾਏ, ਭ੍ਰਮ ਪਾਉ ਹੋਵੈ ਨਾਸ। ਉਸ ਸੱਚੇ ਪ੍ਰਮਾਤਮਾ ਦੇ ਚਰਨਾਂ ਦੇ ਸੇਵਕ ਬਣੋ, ਤੁਹਾਡੇ ਭਰਮ ਕੱਟੇ ਜਾਣਗੇ, ਤੁਹਾਡਾ ਡਰ ਮੁੱਕ ਜਾਏਗਾ। ਮਿਲ ਸੰਤ ਸਭਾ ਮਨ ਮਾਂਜੀਆ ਪਾਏ, ਹਰ ਕਾ ਨਾਮ ਨਿਵਾਸ। ਰੱਬ ਦੇ ਪਿਆਰੇ ਮਿਲਣ ਤੇ ਉਹਨਾਂ ਦੀ ਸਭਾ ਵਿੱਚ ਆਪਣਾ ਮਨ ਮਾਂਜਿਓ, ਕਿਤੇ ਬਾਬਾ ਹੀ ਨਾ ਮਾਂਜਣ ਲੱਗ ਜਾਇਓ। ਅਸੀਂ ਏਦਾਂ ਹੀ ਕਰਦੇ, ਜਦੋਂ ਇਕੱਠੇ ਹੋ ਜਾਂਦੇ ਉਦੋਂ ਇੱਕ ਬੰਦਾ ਮਾਂਜਦੇ ਨੇ ਅਸੀਂ। ਮੈਂ ਤਾਂ ਕਈ ਵਾਰੀ ਬੇਨਤੀ ਕੀਤੀ ਵੀ ਭਾਂਡੇ ਮਾਂਜਦੇ ਬੰਦਾ ਮਾਂਜਦੇ ਨੇ, ਤੇ ਝਾੜੂ ਮਾਰਦੇ ਬੰਦਾ ਹੀ ਝਾੜ ਦਿੰਦੇ ਅਸੀਂ। ਨਹੀਂ, ਅਸੀਂ ਇਸ ਅਵਸਥਾ ਚੋਂ ਬਾਹਰ ਆਈਏ। ਜਦੋਂ ਵੀ ਕਿਤੇ ਬੈਠੋ ਉਦੋਂ ਆਪਣੇ ਮਨ ਨੂੰ ਕੋਸੋ। ਜਦੋਂ ਆਲਾ ਦੁਆਲਾ ਵੇਖੋ ਫਿਰ ਵੇਖੋ ਮੈਂ ਕਿੱਥੇ ਖਲੋਤਾ ਹੈ। ਆਪਣੀ ਪੀੜੀ ਥੱਲੇ ਸੋਟੀ ਮਾਰਨੀ ਹੈ। ਆਪਨੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ। ਹਾਂਜੀ, ਮਿਟੈ ਅੰਧੇਰਾ ਅਗਿਆਨਤਾ ਪਾਏ, ਕਮਲ ਹੋਵੈ ਪ੍ਰਗਾਸ। ਇਉਂ ਅੰਧੇਰਾ ਮਿਟੇਗਾ, ਇਉਂ ਤੁਹਾਡਾ ਅੰਦਰ ਦਾ ਕਮਲ ਫੁੱਲ ਖਿੜੇਗਾ। ਹਾਂਜੀ, ਗੁਰ ਬਚਨੀ ਸੁਖ ਉਪਜੈ ਭਾਏ, ਸਭ ਫਲ ਸਤਿਗੁਰ ਪਾਸ। ਇਸ ਤਰ੍ਹਾਂ ਗੁਰੂ ਦੇ ਬਚਨਾਂ ਨਾਲ ਸੁਖ ਪੈਦਾ ਹੋਏਗਾ, ਪਰ ਇਹ ਸਭ ਕੁਝ ਸਤਿਗੁਰੂ ਦੇ ਕੋਲ ਹੈ, ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੈ। ਹਾਂਜੀ, ਮੇਰਾ ਤੇਰਾ ਛੋਟਿਆ ਭਾਏ, ਹੋਈਆ ਸਭ ਕੇ ਧੂਰ। ਇਸ ਮੇਰ ਤੇਰ ਨੂੰ ਛੱਡ ਕੇ ਜਦੋਂ ਅਸੀਂ ਸਾਰਿਆਂ ਦੇ ਚਰਨਾਂ ਦੀ ਧੂੜੀ ਬਣਾਂਗੇ। ਹਾਂਜੀ, ਘਾਟ ਘਾਟ ਬ੍ਰਹਮ ਪਸਾਰਿਆ ਭਾਏ, ਵੇਖੈ ਸੁਣੈ ਹਜੂਰ। ਉਹ ਪ੍ਰਮਾਤਮਾ ਹਰ ਹਿਰਦੇ ਵਿੱਚ ਹੈ, ਹਰ ਥਾਂ ਤੇ ਹੈ। ਉਹ ਪ੍ਰਮਾਤਮਾ ਸਾਨੂੰ ਆਪਣੇ ਹਜੂਰ ਰੱਖ ਕੇ ਵੇਖਦਾ ਵੀ ਹੈ, ਸੁਣਦਾ ਵੀ ਹੈ। ਹਾਂਜੀ, ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਏ, ਤਿਤ ਦਿਨ ਮਰੀਐ ਝੂਰ। ਜਦੋਂ ਪ੍ਰਮਾਤਮਾ ਵਿਸਰੇਗਾ ਉਦੋਂ ਹੀ ਅਸੀਂ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹਾਂਜੀ, ਕਰਨ ਕਰਾਵਨ ਸਮਰਥੋ ਪਾਏ, ਸਰਬ ਕਲਾ ਭਰਪੂਰ। ਉਹ ਪ੍ਰਮਾਤਮਾ ਆਪ ਹੀ ਕਰਨ ਕਰਾਉਣ ਦੇ ਸਮਰੱਥ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਹਾਂਜੀ,
ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਬਿਨਾਸ਼। ਪਰਮਾਤਮਾ ਦਾ ਇਹ ਜਿਹੜਾ ਪ੍ਰੇਮ ਪਦਾਰਥ ਇਹ ਨਾਮ ਹੈ, ਇਹਦੇ ਨਾਲ ਮਾਇਆ ਦਾ ਮੋਹ ਜਿਹੜਾ ਹੈ ਇਹ ਖਤਮ ਹੋਵੇਗਾ। ਹਾਂਜੀ, ਤਿਸ ਭਾਵੈ ਤਾ ਮੇਲ ਲੈ ਭਾਈ, ਹਿਰਦੈ ਨਾਮ ਨਿਵਾਸ। ਪਰਮਾਤਮਾ ਭਾਵੇਗਾ ਤੇ ਸਾਨੂੰ ਆਪਣੇ ਨਾਲ ਮਨਾ ਲੇਗਾ, ਸਾਡੇ ਹਿਰਦੇ ਵਿੱਚ ਆਪਣਾ ਨਾਮ ਟਿਕਾ ਦੇਗਾ। ਗੁਰਮੁਖ ਕਮਲ ਪ੍ਰਗਾਸੀਐ ਭਾਈ, ਹਿਰਦੈ ਹੋਵੈ ਪ੍ਰਗਾਸ। ਗੁਰਮੁਖ ਦੇ ਹਿਰਦੇ ਦਾ ਕਮਲ ਫੁੱਲ ਖਿੜਦਾ ਹੈ, ਉਹਦੇ ਹਿਰਦੇ ਦੇ ਵਿੱਚ ਇਹ ਪ੍ਰਗਾਸ ਹੁੰਦਾ ਹੈ, ਚਾਨਣ ਹੁੰਦਾ ਹੈ। ਹਾਂਜੀ, ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤ ਆਕਾਸ। ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਜਦੋਂ ਉਸ ਪ੍ਰਭੂ ਪਰਮਾਤਮਾ ਦਾ ਪ੍ਰਤਾਪ ਪ੍ਰਗਟ ਹੁੰਦਾ ਹੈ ਤਾਂ ਫਿਰ ਮੌਲਿਆ ਧਰਤ ਆਕਾਸ਼, ਇਹ ਧਰਤੀ ਵੀ ਖਿੜਦੀ ਹੈ, ਆਕਾਸ਼ ਵੀ ਖਿੜਦਾ ਹੈ। ਮੌਲੀ ਧਰਤੀ, ਮੌਲਿਆ ਆਕਾਸ਼। ਹਾਂਜੀ, ਗੁਰਪੂਰੈ ਸੰਤੋਖਿਆ ਭਾਈ, ਅਹਨਿਸ ਲਾਗਾ ਭਾਉ। ਗੁਰੂ ਪੂਰੇ ਤੋਂ ਸੰਤੋਖ ਮਿਲੇਗਾ, ਗੁਰੂ ਪੂਰੇ ਤੋਂ ਦਿਨ ਰਾਤ ਵਾਹਿਗੁਰੂ ਦਾ ਪਿਆਰ ਮਿਲੇਗਾ। ਹਾਂਜੀ, ਰਸਨਾ ਰਾਮ ਰਵੈ ਸਦਾ ਭਾਈ, ਸਾਚਾ ਸਾਧ ਸੁਆਉ। ਰਸਨਾ ਦੇ ਨਾਲ ਜਦੋਂ ਪਰਮਾਤਮਾ ਦਾ ਨਾਮ ਜਪਾਂਗੇ ਤਾਂ ਜਾ ਕੇ ਸਾਨੂੰ ਉਸ ਸੱਚੇ ਦਾ ਰਸ ਆਵੇਗਾ, ਸਵਾਦ ਆਵੇਗਾ। ਹਾਂਜੀ, ਕਰਨੀ ਸੁਣ ਸੁਣ ਜੀਵਿਆ ਭਾਈ, ਨਿਹਚਲ ਪਾਇਆ ਥਾਉ। ਜਦੋਂ ਉਸ ਪਰਮਾਤਮਾ ਦੀ ਕਰਨੀ ਨੂੰ ਸੁਣ ਸੁਣ ਕੇ ਆਪਾਂ ਜੀਵਨ ਪ੍ਰਾਪਤ ਕਰਾਂਗੇ ਤਾਂ ਸਾਨੂੰ ਨਿਚਲ ਅਸਥਾਨ ਜਿਹੜਾ ਹੈ, ਨਿਜ ਘਰ ਪ੍ਰਾਪਤ ਹੋਵੇਗਾ। ਹਾਂਜੀ, ਜਿਸ ਪ੍ਰਤੀਤ ਨਾ ਆਵਈ ਭਾਈ, ਸੋ ਜੀੜਾ ਜਲ ਜਾਉ। ਜਿਸ ਨੂੰ ਪ੍ਰਤੀਤ ਨਹੀਂ, ਵਿਸ਼ਵਾਸ ਭਰੋਸਾ ਨਹੀਂ, ਉਹੀ ਜਿੰਦ ਸੜਦੀ ਹੈ ਵਕਾਰਾਂ ਦੇ ਵਿੱਚ, ਤ੍ਰਿਸ਼ਨਾ ਦੇ ਵਿੱਚ। ਹਾਂਜੀ, ਬਹੁ ਗੁਣ ਮੇਰੇ ਸਾਹਿਬੈ ਭਾਈ, ਹਉ ਤਿਸ ਕੈ ਬਲ ਜਾਉ। ਸਾਰੇ ਗੁਣ ਮੇਰੇ ਮਾਲਕ ਦੇ ਵਿੱਚ ਨੇ, ਮੈਂ ਉਹਦੇ ਤੋਂ ਕੁਰਬਾਨ ਜਾਨਾ। ਹਾਂਜੀ, ਉਹ ਨਿਰਗੁਣ ਆਰੇ ਪਾਲਦਾ ਭਾਈ, ਦੇ ਨਿਥਾਵੇ ਥਾਉ। ਉਹਨੇ ਤਾਂ ਨਿਰਗੁਣ ਆਰੇ ਵੀ ਪਾਲੇ ਨੇ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਉਹਨੇ ਨਥਾਵਿਆਂ ਨੂੰ ਥਾਂ ਦਿੱਤੀ ਹੈ। ਹਾਂਜੀ, ਰਿਜਕ ਸੰਭਾਹੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਉ। ਉਹ ਪਰਮਾਤਮਾ ਸਾਨੂੰ ਰਿਜ਼ਕ ਦਿੰਦਾ ਹੈ, ਇੱਕ ਇੱਕ ਸਵਾਸ ਸਾਡੀ ਸੰਭਾਲ ਕਰਦਾ ਹੈ। ਉਸੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੁੰਦਰ ਹੈ। ਹਾਂਜੀ, ਜਿਸ ਗੁਰ ਸਾਚਾ ਭੇਟੀਐ ਭਾਈ, ਪੂਰਾ ਤਿਸ ਕਰਮਾਉ। ਜਿਹਨੇ ਗੁਰੂ ਨੂੰ ਪ੍ਰਾਪਤ ਕੀਤਾ ਹੈ ਉਹਦੇ ਤੇ ਰੱਬ ਦੀਆਂ ਸਾਰੀਆਂ ਬਖਸ਼ਿਸ਼ਾਂ ਨੇ। ਹਾਂਜੀ, ਤਿਸ ਬਿਨ ਘੜੀ ਨਾ ਜੀਵੀਐ ਭਾਈ, ਸਰਬ ਕਲਾ ਭਰਪੂਰਾ। ਉਸ ਸਰਬ ਕਲਾ ਭਰਪੂਰ ਤੋਂ ਬਿਨਾ ਇੱਕ ਘੜੀ 23-24 ਮਿੰਟ ਵੀ ਆਦਮੀ ਜਿਉਂਦਾ ਨਹੀਂ ਰਹਿ ਸਕਦਾ। ਹਾਂਜੀ, ਸਾਸ ਗਿਰਾਸ ਨਾ ਵੀਸਰੈ ਭਾਈ, ਵੇਖੋ ਸਦਾ ਹਜੂਰਾ। ਇੱਕ ਇੱਕ ਸਾਸ ਗਿਰਾਸ ਉਹ ਪਰਮਾਤਮਾ ਵਿਸਰਨਾ ਨਹੀਂ ਚਾਹੀਦਾ, ਹਰ ਥਾਂ ਤੇ ਉਸ ਪਰਮਾਤਮਾ ਦਾ ਦੀਦਾਰ ਕਰੋ। ਹਾਂਜੀ, ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰਾ। ਜਦੋਂ ਸਾਧੂ ਦਾ ਸੰਗ ਮਿਲਦਾ ਹੈ, ਗੁਰਮੁਖਾਂ ਦੀ ਸੰਗਤ ਮਿਲਦੀ ਹੈ, ਤਦੋਂ ਇਹ ਰੰਗ ਚੜ੍ਹਦਾ ਹੈ ਤੇ ਹਰ ਥਾਂ ਤੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਜਿਨ੍ਹਾਂ ਪ੍ਰੀਤ ਨਾ ਲੱਗਿਆ ਭਾਈ, ਸੇ ਨਿਤ ਨਿਤ ਮਰਦੇ ਝੂਰਾ। ਜਿਹੜੇ ਰੱਬ ਦੀ ਪ੍ਰੀਤ ਤੋਂ ਸਖਣੇ ਨੇ, ਉਹਨਾਂ ਦੇ ਵਿੱਚ ਹੀ ਚਿੰਤਾ ਹੈ, ਹੌਕੇ ਨੇ, ਉਹ ਸਹਿਕਦੇ ਰਹਿੰਦੇ ਨੇ, ਭੈ ਭੀਤ ਨੇ, ਡਰ ਹੈ। ਉਹਨਾਂ ਨੂੰ ਹਮੇਸ਼ਾ ਇੱਕੋ ਹੀ ਹੁੰਦਾ ਹੈ, ਮੇਰਾ ਜੀ ਪਤਾ ਨਹੀਂ ਫਿਊਚਰ ਕੀ ਹੈ, ਮੈਨੂੰ ਪਤਾ ਹੀ ਨਹੀਂ ਜੀ ਕੱਲ ਕੀ ਹੋਏਗਾ। ਉਹਨਾਂ ਦੀ ਇਹ ਅਵਸਥਾ ਹੈ। ਜਿਹੜੇ ਕਦੇ ਪਰਮਾਤਮਾ ਨਾਲ ਪਿਆਰ ਨਹੀਂ ਕਰਦੇ, ਜਿਹੜੇ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਵੀ ਕੱਲ ਵੀ ਇਹੋ ਹੀ ਰੱਬ ਹੋਏਗਾ। ਇਹ ਤਾਂ ਨਹੀਂ ਵੀ ਕੱਲ ਰੱਬ ਕੋਈ ਨਵਾਂ ਆ ਜਾਣਾ ਹੈ, ਰੱਬ ਬਦਲ ਜਾਣਾ ਹੈ। ਅੰਚਲ ਲਾਏ ਤਰਾਇਆ ਭਾਈ, ਭੌਜਲ ਦੁਖ ਸੰਸਾਰ। ਉਹ ਵਾਹਿਗੁਰੂ ਆਪਣਾ ਪੱਲਾ ਦੇ ਕੇ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਕਰੇਗਾ। ਹਾਂਜੀ, ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਤੋਨ ਰੰਗ ਅਪਾਰ। ਉਸ ਪ੍ਰਭੂ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ, ਸਾਨੂੰ ਨਿਹਾਲ ਕਰ ਦਿੱਤਾ। ਜਦੋਂ ਸਾਨੂੰ ਆਪਣੇ ਅੰਗ ਲਾ ਲਿਆ ਤੇ ਵੇਖੋ ਭਾਈ ਲੈਣਾ ਵੀ ਗੁਰੂ ਅੰਗਦ ਹੋ ਗਿਆ। ਹਾਂਜੀ, ਮਨ ਤਨ ਸੀਤਲ ਹੋਇਆ ਭਾਈ,
ਭੋਜਨ ਨਾਮ ਆਧਾਰ। ਮਨ ਸੀਤਲ ਤਨ ਸੀਤਲ ਹੋਇਆ ਜਦੋਂ ਪ੍ਰਭੂ ਦੇ ਨਾਮ ਦਾ ਭੋਜਨ ਤੁਸੀਂ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਸਾਚਾ ਨਾਮ ਮੇਰਾ ਆਧਾਰ ਹੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਫਿਰ ਕੀ ਹੋਇਆ? ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਹਾਂਜੀ। ਨਾਨਕ ਤਿਸ ਸਰਨਾਗਤੀ ਪਾਈ, ਜੇ ਕਿਲ ਬਿਖ ਕਾਟਨ ਹਾਰ। ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਆਖਦੇ ਨੇ, ਮੈਂ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਿਹੜਾ ਮੇਰੇ ਪਾਪ ਤੇ ਦੁੱਖ ਕੱਟਣ ਦੇ ਸਮਰੱਥ ਹੈ। ਇਹਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਅੱਜ ਸਿੱਖ ਕੌਮ ਦੇ ਮਹਾਨ ਵਿਦਵਾਨ ਜਿਨ੍ਹਾਂ ਨੂੰ ਪੰਥ ਨੇ ਬਹੁਤ ਬਖਸ਼ਿਸ਼ਾਂ ਕਰਕੇ ਨਵਾਜਿਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਜੋ ਬੜਾ ਲੰਬਾ ਸਮਾਂ ਉਹਨਾਂ ਨੇ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸੇਵਾਵਾਂ ਕੀਤੀਆਂ, ਬਤੌਰ ਅਰਦਾਸੀਏ ਸਿੰਘ, ਬਤੌਰ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ। ਅੱਜ ਉਹਨਾਂ ਦਾ ਸੰਗਤੀ ਅਰਦਾਸ ਦਾ ਸਮਾਗਮ ਹੈ ਗੁਰਦੁਆਰਾ ਸੰਗਰਾਣਾ ਸਾਹਿਬ। ਸਾਡਾ ਫਰਜ਼ ਬਣਦਾ ਹੈ ਆਪਾਂ ਸਾਰੇ ਉਹਨਾਂ ਦੇ ਨਿਮਿਤ ਅਰਦਾਸ ਕਰੀਏ। ਸੋ ਇੰਨੇ ਕੁ ਸ਼ਬਦ ਪ੍ਰਵਾਨ ਕਰਨਾ ਜੀ। ਫਤਿਹ ਬੁਲਾਉਣ ਤੋਂ ਪਹਿਲਾਂ ਆਪਾਂ ਅੰਤਲੀਆਂ ਜੋ ਦੋ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰਨਾ ਹੈ। ਆਪ ਸੰਗਤ ਦਾ ਧੰਨਵਾਦ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੀ ਗੋਦ ਵਿੱਚ ਬਿਠਾਇਆ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਜੀ ਦੇ ਦਰਸ਼ਨ ਕਰਾਏ ਨੇ। ਤੇ ਜੋ ਵਧੀਕ ਹੈਡ ਗ੍ਰੰਥੀ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦਾ ਵੀ ਧੰਨਵਾਦ, ਕਿਉਂਕਿ ਅੱਜ ਕਥਾ ਦਾ ਟਾਈਮ ਉਹਨਾਂ ਦਾ ਸੀ। ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਆਉਣਾ ਹੈ, ਜੇ ਮੈਨੂੰ ਤੁਸੀਂ ਆਗਿਆ ਦੇ ਦਿਓ ਤੇ ਮੈਂ ਸੰਗਤ ਦੇ ਦਰਸ਼ਨ ਕਰ ਲਾਂਗਾ। ਉਹਨਾਂ ਨੇ ਬਹੁਤ ਪਿਆਰ ਕੀਤਾ, ਕਹਿਣ ਲੱਗੇ ਭਾਈ ਸਾਹਿਬ ਤੁਸੀਂ ਕਰੋ ਸੇਵਾ। ਸੋ ਉਹਨਾਂ ਦਾ ਵੀ ਧੰਨਵਾਦ। ਹਾਂਜੀ। ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਨਾਨਕ ਤਿਸ ਸਰਨਾਗਤੀ ਪਾਈ, ਜੇ ਕਿਲ ਬਿਖ ਕਾਟਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।